Hello students, today we will read our next poem on friendship written by Khalil Gibran। ਇਹ ਜਿਹੜੀ ਪੋਇਮ ਹੈ ਖਲੀਲ ਜ਼ਿਬਰਾਨ ਦੁਆਰਾ ਲਿਖੀ ਗਈ ਹੈ ਔਰ 1923 ਦੇ ਵਿੱਚ 1923 ਦੇ ਵਿੱਚ ਆਈ ਬੁੱਕ ਪ੍ਰੋਫਿਟ ਦੇ ਵਿੱਚੋਂ ਐਕਸਟ੍ਰੈਕਟਡ ਹੈ। ਉਹਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਤੁਹਾਨੂੰ ਇਸ ਲੈਸਨ ਦੇ ਵਿੱਚ ਇਸ ਪੋਇਮ ਦੇ ਵਿੱਚ ਪੜ੍ਹਾਇਆ ਜਾਵੇਗਾ। ਖਲੀਲ ਜ਼ਿਬਰਾਨ ਇੱਕ ਲੈਬਨਾਨ ਦਾ ਪੋਇਟ ਹੈ, ਫਿਲੋਸੋਫਰ ਹੈ, ਜਿਸ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਜ਼ਿਆਦਾਤਰ ਫਿਲੋਸਫਿਕਲ ਪ੍ਰੋਜ਼ ਪਲੱਸ ਪੋਇਟਰੀ ਨੇ। ਉਹਦੀਆਂ ਰਚਨਾਵਾਂ ਜਿੰਨੀਆਂ ਵੀ ਉਹਦੀਆਂ ਕ੍ਰੀਏਸ਼ਨਸ ਹੈਗੀਆਂ ਨੇ ਉਹਨਾਂ ਦੇ ਵਿੱਚ ਪੋਇਟਰੀ ਤੇ ਪ੍ਰੋਜ਼ ਦਾ ਮਿਕਸਚਰ ਹੈ। ਇਸ ਪ੍ਰੋਫਿਟ ਬੁੱਕ ਦੇ ਵਿੱਚ ਵੀ ਪੋਇਟਰੀ ਪਲੱਸ ਪ੍ਰੋਜ਼ ਉਹ ਵੀ ਫਿਲੋਸਫਿਕਲ ਜਿਹੜਾ ਵੇ ਦੇ ਨਾਲ ਇਹਦੇ ਵਿੱਚ ਲਿਖੀ ਗਈ ਹੈ। ਪ੍ਰੋਫਿਟ ਦੇ ਵਿੱਚ ਇੱਕ ਪੈਗੰਬਰ ਹੈ, ਇੱਕ ਪ੍ਰੋਫਿਟ ਹੈ ਜੋ ਕਿ ਕਿਸੇ ਜਗ੍ਹਾ ਨੂੰ ਛੱਡ ਕੇ ਅੱਗੇ ਜਾਣਾ ਚਾਹੁੰਦਾ ਹੈ ਜਿੱਥੇ ਉਹ ਕਈ ਸਾਲਾਂ ਤੋਂ ਰਹਿ ਰਿਹਾ। where he had been living for many years, he wants to leave that place। ਔਰ ਉਸ ਜਗ੍ਹਾ ਦੇ ਲੋਕ, ਨੌਜਵਾਨ ਲੜਕੇ ਲੜਕੀਆਂ, ਔਰਤਾਂ, ਆਦਮੀ ਉਹਦੇ ਕੋਲੇ ਸਵਾਲ ਪੁੱਛਦੇ ਨੇ about the various facets of life like love, friendship, family, relations। ਇਹ ਸਾਰੇ ਬਾਰੇ ਉਹਦੇ ਤੋਂ ਸਵਾਲ ਪੁੱਛਦੇ ਨੇ। ਪਰ ਆਪਣੀ ਜਿਹੜੀ ਇਸ ਚੈਪਟਰ ਦੇ ਵਿੱਚ ਪੋਇਮ ਹੈ ਉਹਦੇ ਵਿੱਚ ਸਵਾਲ ਪੁੱਛਿਆ ਜਾਂਦਾ ਅਬਾਊਟ ਫਰੈਂਡਸ਼ਿਪ। ਨਾਓ ਲੈਟ ਅਸ ਗੋ ਥਰੂ ਦਾ ਟੈਕਸਟ of this poem stanza wise। and a youth said, ਇੱਕ ਨੌਜਵਾਨ ਨੇ ਪੁੱਛਿਆ, speak to us of friendship, ਸਾਨੂੰ ਦੋਸਤੀ ਦੇ ਬਾਰੇ ਦੱਸੋ। your friend is your needs answered, ਤੁਹਾਡੀਆਂ ਜ਼ਰੂਰਤਾਂ ਹੀ ਤੁਹਾਡੀ ਦੋਸਤੀ ਦਾ ਉੱਤਰ ਹਨ। ਦੋਸਤੀ ਕੀ ਹੈ ਉਹਨੂੰ ਪੁੱਛਿਆ ਗਿਆ ਪ੍ਰੋਫਿਟ ਨੂੰ ਕਿ what is friendship, tell us something about friendship। ਜਵਾਬ ਆਇਆ ਕਿ ਤੁਸੀਂ ਆਪਣੀਆਂ ਜ਼ਰੂਰਤਾਂ ਵੱਲ ਨਿਗਾਹ ਮਾਰੋ, ਤੁਹਾਡੀਆਂ ਕੀ ਲੋੜਾਂ ਨੇ, ਤੁਹਾਡੀਆਂ ਕੀ ਨੀਡਸ ਨੇ, ਉਹੀ ਤੁਹਾਡਾ ਦੋਸਤ ਹੈ। He is your field which you sow with love and reap with thanksgiving। ਦੋਸਤੀ ਇੱਕ ਅਜਿਹਾ ਖੇਤ ਹੈ ਜਿਹਦੇ ਵਿੱਚ ਤੁਸੀਂ ਪਿਆਰ ਦੇ ਨਾਲ ਕੁਝ ਬੀਜਦੇ ਹੋ। With love you sow something in that field and with thanksgiving ਧੰਨਵਾਦੀ ਹੋ ਕੇ ਉਹਨੂੰ ਕੱਟਦੇ ਹੋ। ਫਸਲ ਬੀਜਦੇ ਹਾਂ ਉਸਨੂੰ ਅਸੀਂ ਕੱਟਦੇ ਵੀ ਹਾਂ। ਸੋ ਫਰੈਂਡਸ਼ਿਪ ਦੇ ਜਿਹੜੇ ਫਰੂਟਸ ਨੇ ਉਹ ਕੀ ਤੁਹਾਨੂੰ ਉਸ ਦੋਸਤੀ ਨੂੰ ਬਣਾਉਣ ਦੇ ਲਈ ਜੋ ਤੁਸੀਂ ਉਹਦੇ ਵਿੱਚ ਬੀਜਿਆ ਹੈ, ਜੋ ਉਸ ਖੇਤ ਦੇ ਵਿੱਚ ਦੋਸਤੀ ਨਾਂ ਦੇ ਖੇਤ ਦੇ ਵਿੱਚ ਬੀਜਿਆ ਹੈ, ਉਹੀ ਤੁਹਾਨੂੰ ਇਵਜ਼ ਦੇ ਵਿੱਚ ਮਿਲੇਗਾ। ਐਂਡ ਹੀ ਇਜ਼ ਯੂਰ ਬੋਟ, ਬੋਟ ਮੀਨਸ ਸਪੋਰਟ, ਤੁਹਾਡਾ ਦੋਸਤ ਤੁਹਾਡੀ ਸਪੋਰਟ ਹੈ। ਐਂਡ ਯੂਰ ਫਾਇਰ ਸਾਈਡ, ਫਾਇਰ ਸਾਈਡ ਅੱਗ ਸੇਕਦੇ ਹਾਂ ਜਿੱਥੇ ਆਪਾਂ, ਉਹ ਤੁਹਾਡਾ ਨਿੱਘ ਮਾਨਣ ਵਾਲਾ, ਜਿੱਥੋਂ ਤੁਹਾਨੂੰ ਨਿੱਘ ਮਿਲਦਾ ਹੈ, ਜਿੱਥੋਂ ਤੁਹਾਨੂੰ ਸੇਕ ਮਿਲਦਾ ਹੈ, ਠੰਡ ਤੋਂ ਬਚਦੇ ਹੋ ਤੁਸੀਂ, ਤੁਹਾਡੀ ਉਹ ਫਾਇਰ ਸਾਈਡ ਹੈ। For you come to him with your hunger, ਤੁਸੀਂ ਆਪਣੇ ਦੋਸਤ ਕੋਲ ਆਪਣੀ ਭੁੱਖ ਸਮੇਤ ਪਹੁੰਚਦੇ ਹੋ, ਆਪਣੀ ਕੋਈ ਭੁੱਖ, ਆਪਣੀ ਕੋਈ ਇੱਛਾ ਲੈ ਕੇ ਉਹਦੇ ਕੋਲ ਪਹੁੰਚਦੇ ਹੋ। and you seek him for peace, ਜਦੋਂ ਤੁਸੀਂ ਕਦੇ ਪਰੇਸ਼ਾਨ ਹੁੰਦੇ ਹੋ, ਸ਼ਾਂਤੀ ਲੱਭਣਾ ਚਾਹੁੰਦੇ ਹੋ ਤਾਂ ਤੁਸੀਂ ਕਿੱਥੇ ਜਾਂਦੇ ਹੋ? ਆਪਣੇ ਦੋਸਤ ਕੋਲ ਜਾਂਦੇ ਹੋ। when your friend speaks his mind, you fear not the nay in your own mind, nor do you withhold the yea। ਇੱਥੇ ਦੋ ਵਰਡ ਨੇ, ਨੇ ਐਂਡ ਏ। ਨੇ ਮਤਲਬ ਨੋ, ਏ ਮਤਲਬ ਯੈਸ। ਵੈਨ ਯੂਰ ਫਰੈਂਡ ਸਪੀਕਸ ਹਿਜ਼ ਮਾਈਂਡ, ਜਦੋਂ ਤੁਹਾਡਾ ਦੋਸਤ ਤੁਹਾਡੇ ਨਾਲ ਗੱਲ ਕਰਦਾ ਹੈ, ਵੈਨ ਐਵਰ ਯੂਰ ਫਰੈਂਡ ਟਾਕਸ ਟੂ ਯੂ, ਤੁਹਾਡੇ ਮਨ ਦੇ ਵਿੱਚ ਕੋਈ ਗੱਲ ਆਉਂਦੀ ਹੈ ਕਿ ਨੋ ਦਿਸ ਇਜ਼ ਰੋਂਗ, ਤਾਂ ਤੁਸੀਂ ਉਹਨੂੰ ਨੋ ਕਹਿਣ ਵੇਲੇ ਬਿਲਕੁਲ ਨਹੀਂ ਝੱਕਦੇ, ਤੁਸੀਂ ਫੱਟਦੇ ਨੇ ਕਹਿ ਦਿੰਦੇ ਹੋ ਆਪਣੇ ਸੱਚੇ ਦੋਸਤ ਨੂੰ ਕਿ ਨਹੀਂ ਇਹ ਗਲਤ ਹੈ। ਐਂਡ ਟੂ ਸੇ ਯੈਸ, ਅਤੇ ਜੇਕਰ ਕੋਈ ਤੁਹਾਨੂੰ ਚੀਜ਼ ਠੀਕ ਲੱਗਦੀ ਹੈ, ਤੁਹਾਨੂੰ ਸਹੀ ਲੱਗਦੀ ਹੈ, ਤਾਂ ਤੁਸੀਂ ਬੜੀ ਜਲਦੀ ਨਾਲ ਕਹਿ ਦਿੰਦੇ ਹੋ ਕਿ ਯੈਸ, ਤੁਸੀਂ ਉਸ ਚੀਜ਼ ਨੂੰ ਰੋਕ ਨਹੀਂ ਪਾਉਂਦੇ। ਉਸ ਬੰਦੇ ਦੇ ਸਾਹਮਣੇ ਜਿੱਥੇ ਤੁਹਾਨੂੰ ਹਾਂ ਜਾਂ ਨਾ ਕਹਿੰਦੇ ਹੋ ਕੋਈ ਤਕਲੀਫ ਨਹੀਂ ਹੁੰਦੀ, ਕੋਈ ਝਿਜਕ ਨਹੀਂ ਹੁੰਦੀ, ਉਹ ਤੁਹਾਡਾ ਦੋਸਤ ਹੈ। And when he is silent, your heart ceases not to listen to his heart। ਕੋਈ ਜ਼ਰੂਰੀ ਨਹੀਂ ਕਿ ਦੋਸਤੀ ਦੇ ਵਿੱਚ ਹਮੇਸ਼ਾ ਗੱਲਬਾਤ ਹੀ ਕੀਤੀ ਜਾਵੇ, ਬੋਲਿਆ ਵੀ ਜਾਵੇ। ਸਾਨੂੰ ਦੋਸਤਾਂ ਦੀ ਚੁੱਪ ਵੀ ਚੱਕਣੀ ਆਉਣੀ ਚਾਹੀਦੀ ਹੈ ਕਿ ਇਫ ਆਵਰ ਫਰੈਂਡ ਇਜ਼ ਸਾਇਲੈਂਟ,
ਤਾਂ ਵੀ ਅਸੀਂ ਉਹਨੂੰ ਸਮਝ ਸਕੀਏ ਕਿ ਉਹਨੂੰ ਕੀ ਕਹਿਣਾ ਚਾਹੁੰਦਾ ਹੈ। ਦੋਸਤਾਂ ਦਾ ਸਿਰਫ ਬੋਲ ਨਹੀਂ, ਉਹਨਾਂ ਦੀ ਚੁੱਪ ਵੀ ਸਾਨੂੰ ਪੜ੍ਹਨੀ ਆਉਣੀ ਚਾਹੀਦੀ ਹੈ। ਫॉर ਵਿਦਆਊਟ ਵਰਡਸ, ਬਿਨਾਂ ਸ਼ਬਦਾਂ ਤੋਂ। ਇਨ ਫਰੈਂਡਸ਼ਿਪ, ਦੋਸਤੀ ਵਿੱਚ, ਆਲ ਥਾਟਸ, ਸਾਰੇ ਵਿਚਾਰ, ਆਲ ਡਿਜ਼ਾਇਰਸ, ਸਾਰੀਆਂ ਇੱਛਾਵਾਂ, ਆਲ ਐਕਸਪੈਕਟੇਸ਼ਨਸ, ਜਿੰਨੀਆਂ ਵੀ ਸਾਨੂੰ ਕੋਈ ਐਕਸਪੈਕਟੇਸ਼ਨਸ ਨੇ, ਅਸੀਂ ਕਿਸੇ ਤੋਂ ਕੋਈ ਚਾਹਨਾ ਰੱਖਦੇ ਹਾਂ, ਆਰ ਬੋਰਨ ਐਂਡ ਸ਼ੇਅਰਡ, ਉਹੀ ਪੈਦਾ ਹੁੰਦੀਆਂ ਨੇ ਬਿਨਾਂ ਸ਼ਬਦਾਂ ਤੋਂ, ਅਤੇ ਇੱਕ ਦੂਜੇ ਨਾਲ ਅਸੀਂ ਸਾਂਝੀਆਂ ਵੀ ਕਰ ਸਕਦੇ ਹਾਂ। ਸ਼ਬਦ ਹੀ ਉਹਦਾ ਵਿੱਚ ਇੱਕ ਮੀਡੀਅਮ ਨਹੀਂ ਹੁੰਦੇ, ਬਟ ਅਸੀਂ ਫੀਲ ਕਰਦੇ ਹਾਂ ਕਿ ਸਾਡਾ ਦੋਸਤ ਇਸ ਵਕਤ ਕੀ ਸੋਚ ਰਿਹਾ, ਕੀ ਚਾਹ ਰਿਹਾ, ਕੀ ਉਹਦੀ ਜ਼ਰੂਰਤ ਹੈ। ਵਿਦ ਜੋਏ ਦੈਟ ਇਜ਼ ਅਨਕਲੇਮਡ, ਜੋਏ ਖੁਸ਼ੀ, ਅਨਕਲੇਮਡ ਜਿਹਦਾ ਕੋਈ ਅਸੀਂ ਜ਼ਿਕਰ ਨਹੀਂ ਕਰ ਸਕਦੇ, ਪਰ ਸਾਨੂੰ ਖੁਸ਼ੀ ਮਿਲਦੀ ਹੈ ਆਪਣੇ ਦੋਸਤ ਦੇ ਬਾਰੇ ਕੁਝ ਵੀ ਦੇਖ ਕੇ, ਉਹਦੇ ਬਾਰੇ ਕੁਝ ਵੀ ਜਾਣ ਕੇ। ਵੀ ਫੀਲ ਹੈਪੀ, ਵੀ ਫੀਲ ਜੋਏ। ਇਹ ਨਹੀਂ ਕਿ ਸਾਨੂੰ ਕਿਸੇ ਦੇ, ਆਪਾਂ ਮੰਨਦੇ ਉਹਨੂੰ ਦੋਸਤ ਹਾਂ, ਪਰ ਉਹ ਜੇਕਰ ਕੁਝ ਅੱਗੇ ਕਰ ਰਿਹਾ ਤਾਂ ਸਾਨੂੰ ਉਹਨੂੰ ਦੇਖ ਕੇ ਕੋਈ ਜੈਲਸੀ ਦੀ ਫੀਲਿੰਗ ਆਵੇ, ਜਾਂ ਅਸੀਂ ਉਹਦੀ ਤਾਰੀਫ ਨਾ ਕਰ ਸਕੇ ਹੋਈਏ। ਅਦਰਵਾਈਜ਼ ਉਹ ਤੁਹਾਡਾ, ਜੇ ਇੱਦਾਂ ਕਰਦਾ ਤਾਂ ਉਹ ਤੁਹਾਡਾ ਦੋਸਤ ਨਹੀਂ ਹੋ ਸਕਦਾ। ਵੈਨ ਯੂ ਪਾਰਟ ਫਰੋਮ ਯੋਰ ਫਰੈਂਡ, ਹੁਣ ਇੱਕ ਬੜੀ ਵਧੀਆ ਗੱਲ ਹੈ ਕਿ ਜਦੋਂ ਤੁਸੀਂ ਦੋਸਤ ਤੋਂ ਵਿਛੜਦੇ ਹੋ, ਆਪਾਂ ਤਕਲੀਫ ਚਾਹੁੰਦੇ ਹਾਂ, ਸਾਨੂੰ ਦੁੱਖ ਹੁੰਦਾ ਹੈ। ਹੁਣ ਇੱਥੇ ਖਲੀਲ ਜਬਰਾਨ ਕੀ ਕਹਿ ਰਿਹਾ ਕਿ ਵੈਨ ਯੂ ਪਾਰਟ ਫਰੋਮ ਯੋਰ ਫਰੈਂਡ, ਜਦੋਂ ਤੁਸੀਂ ਆਪਣੇ ਦੋਸਤ ਤੋਂ ਦੂਰ ਹੁੰਦੇ ਹੋ, ਉਹ ਤੋਂ ਵਿਛੜਦੇ ਹੋ, ਯੂ ਗਰੀਵ ਨਾਟ, ਤੁਹਾਨੂੰ ਦੁੱਖ ਨਹੀਂ ਹੋਣਾ ਚਾਹੀਦਾ। ਹੁਣ ਤੁਸੀਂ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਹੈ, ਦੋਸਤ ਦੂਰ ਚਲਾ ਜਾਵੇ ਤਾਂ ਸਾਨੂੰ ਦੁੱਖ ਤਾਂ ਹੋਏਗਾ ਹੀ ਹੋਏਗਾ। ਨਹੀਂ, ਉਹ ਕਹਿੰਦਾ ਇੱਥੇ ਤੁਹਾਨੂੰ ਦੁੱਖ ਨਹੀਂ ਹੋਣਾ ਚਾਹੀਦਾ। ਫॉर दैट which you love most in him may be clearer in his absence, ਜਦੋਂ ਸਾਡੇ ਕੋਈ ਨੇੜੇ ਹੁੰਦਾ, ਸਾਡੇ ਕੋਲੇ ਹੁੰਦਾ, ਤਾਂ ਸਾਨੂੰ ਉਹਦੀ ਇੰਪੋਰਟੈਂਸ ਦਾ ਪਤਾ ਨਹੀਂ ਹੁੰਦਾ, ਸਾਨੂੰ ਉਹਦੀ ਕੀ ਖਾਸੀਅਤ ਹੈ, ਕੀ ਸਾਡੀ ਜ਼ਿੰਦਗੀ ਦੇ ਵਿੱਚ ਉਹਦਾ ਜਗ੍ਹਾ ਹੈ, ਸਾਨੂੰ ਕਲੀਅਰ ਨਹੀਂ ਹੁੰਦਾ। ਬਟ ਜਦੋਂ ਉਹ ਦੂਰ ਚਲਾ ਜਾਂਦਾ, then we find out, then we miss those things, ਫਿਰ ਸਾਨੂੰ ਪਤਾ ਲੱਗਦਾ ਕਿ ਉਹ, ਮੈਂ ਤਾਂ ਆਪਣੇ ਦੋਸਤ ਨੂੰ ਇੰਨਾ ਕੀ ਸਮਝਿਆ ਸੀ, ਉਹ ਤਾਂ ਬਹੁਤ ਹੀ ਜ਼ਿਆਦਾ ਵਿਸ਼ਾਲ ਸੀ। ਐਜ਼ ਦਾ ਮਾਊਂਟੇਨ ਟੂ ਦਾ ਕਲਾਈਂਬਰ ਇਜ਼ ਕਲੀਅਰਰ ਫਰੋਮ ਦਾ ਪਲੇਨ, ਇੱਥੇ ਉਹ ਐਗਜ਼ਾਮਪਲ ਦਿੰਦਾ ਕਿ ਜਿਵੇਂ ਅਸੀਂ ਪਹਾੜ ਨੂੰ, ਪਹਾੜ ਦੇ ਉੱਪਰ ਜਾ ਕੇ ਉਹਦਾ ਆਨੰਦ ਨਹੀਂ ਮਾਣ ਸਕਦੇ, ਕਿਉਂਕਿ ਉੱਥੇ ਤਾਂ ਪਹਾੜ ਦਿਖਣੇ ਹੀ ਬੰਦ ਹੋ ਜਾਂਦੇ ਨੇ। ਪਹਾੜ ਜਦੋਂ ਅਸੀਂ ਪਲੇਨ ਏਰੀਆ ਦੇ ਵਿੱਚ ਹੁੰਦੇ ਹਾਂ, ਉੱਥੋਂ ਦੂਰੋਂ ਨਜ਼ਾਰਾ ਦਿਖਦਾ ਪਹਾੜਾਂ ਦਾ, ਤਾਂ ਉਹ ਜੋ ਬਿਊਟੀ ਹੁੰਦੀ ਹੈ, ਉਹ ਅਸੀਂ ਪਹਾੜ ਦੇ ਬਿਲਕੁਲ ਉੱਪਰ ਪਹੁੰਚ ਕੇ ਨਹੀਂ ਉਸ ਦਾ ਆਨੰਦ ਲੈ ਪਾਉਂਦੇ, ਕਿਉਂਕਿ ਜਿੰਨੇ ਦੂਰੋਂ ਪਹਾੜ ਸੋਹਣੇ ਲੱਗਦੇ ਨੇ, ਉਹਨੇ ਸਾਨੂੰ ਉੱਥੇ ਉੱਪਰ ਜਾ ਕੇ ਪਹਾੜਾਂ ਦੇ ਬਿਲਕੁਲ ਘਿਰ ਕੇ, ਉਹਨਾਂ ਪਹਾੜਾਂ ਦੇ ਵਿੱਚ, ਉਸ ਜਗ੍ਹਾ ਦੇ ਉੱਪਰ ਜਾ ਕੇ ਸਾਨੂੰ ਪਹਾੜ ਵਧੀਆ ਨਹੀਂ ਲੱਗਦੇ, ਕਿਉਂਕਿ ਉਹ ਦਿਖਦੇ ਹੀ ਨਹੀਂ ਪਹਾੜ। ਤਾਂ ਇੱਦਾਂ ਹੀ ਦੋਸਤ ਹੁੰਦਾ, ਉਹਦੀ ਖੂਬਸੂਰਤੀ ਦੋਸਤੀ ਦੀ ਹੈ ਕਿ ਜਿੰਨਾ ਉਹ ਦੂਰ ਜਾਂਦਾ ਹੈ, ਉਨਾ ਸਾਨੂੰ ਉਹਦੇ ਬਾਰੇ ਹੋਰ ਵਧੀਆ ਪਤਾ ਲੱਗਦਾ ਹੈ। ਨੈਕਸਟ ਸਟੈਂਜ਼ਾ ਇਜ਼ ਐਂਡ ਲੈਟ ਦੇਅਰ ਬੀ ਨੋ ਪਰਪਸ ਇਨ ਫਰੈਂਡਸ਼ਿਪ। ਹੁਣ ਉਹ ਕਹਿੰਦਾ ਕਿ ਫਰੈਂਡਸ਼ਿਪ ਦਾ ਕੋਈ ਪਰਪਸ ਨਹੀਂ ਹੋਣਾ ਚਾਹੀਦਾ। ਅਸੀਂ ਕਿਸੇ ਨਾਲ ਦੋਸਤੀ ਬਣਾਈਏ, ਇਹਦਾ ਕੋਈ ਸਾਡੇ ਕੋਲ ਕੋਈ ਉਹਦੇ ਲਈ ਕੋਈ ਮਕਸਦ, ਕੁਝ ਪ੍ਰਾਪਤ ਕਰਨ ਦਾ ਟੀਚਾ ਨਹੀਂ ਹੋਣਾ ਚਾਹੀਦਾ। ਸੇਵ ਦ ਡੀਪਨਿੰਗ ਆਫ ਦਾ ਸਪਿਰਿਟ, ਜਿਹੜਾ ਰਿਸ਼ਤਾ ਹੈ ਦੋਸਤੀ ਦਾ, ਉਹ ਸਪਿਰਿਚੁਅਲ ਹੈ, ਉਹਦੇ ਵਿੱਚ ਕੋਈ ਦੁਨਿਆਵੀ ਚੀਜ਼ਾਂ, ਮੈਂ ਪੈਸਾ ਲੈ ਲੂੰ, ਮੈਂ ਆਹ ਚੀਜ਼ ਦਾ ਫਾਇਦਾ ਕੱਟ ਲੂੰ, ਇਹ ਨਹੀਂ ਹੁੰਦਾ। ਦੈਟ ਸ਼ੁੱਡ ਬੀ ਸਪਿਰਿਚੁਅਲ, ਉਹ ਸਪਿਰਿਚੁਅਲ ਹੀ ਹੁੰਦਾ ਹੈ, ਅਧਿਆਤਮਿਕ ਤੌਰ ਤੇ ਹੀ ਤੁਸੀਂ ਕਿਸੇ ਦੇ ਨਾਲ ਇੱਕ ਦੋਸਤੀ ਦੀ, ਜਿਹਨੂੰ ਕਹਿੰਦੇ ਡੋਰੀ ਬੰਨ੍ਹਦੇ ਹੋ, ਤੇ ਉਹਦੇ ਵਿੱਚ ਕੋਈ ਲੈਣ ਦੇਣ, ਕੋਈ ਫਾਇਦਾ ਨੁਕਸਾਨ ਨਹੀਂ ਹੁੰਦਾ। ਫॉर ਲਵ ਦ ਸੀਕ ਸੌਟ ਬਟ ਡਿਸਕਲੋਜ਼ਰ ਆਫ ਇਟਸ ਓਨ ਮਿਸਟਰੀ ਇਜ਼ ਨੋਟ ਲਵ। ਫਿਰ ਉਹ ਕਹਿੰਦਾ ਕਿ ਜਿਵੇਂ ਪਿਆਰ ਅਸੀਂ ਇਹਨੇ ਪਤਾ ਨਹੀਂ ਕੀ ਹੁੰਦਾ ਹੈ, ਪਰ ਜਿਵੇਂ ਹੀ ਸਾਨੂੰ ਉਸ ਮਿਸਟਰੀ ਦਾ, ਕਿਸੇ ਬੁਝਾਰਤ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਕੀ ਹੈ, ਤਾਂ ਉਹ ਪਿਆਰ ਨਹੀਂ ਰਹਿੰਦਾ। ਪਿਆਰ ਫਿਰ ਪਿਆਰ ਨਹੀਂ ਰਹਿੰਦਾ, ਜੇਕਰ ਪਤਾ ਲੱਗ ਜੇ ਕਿ ਕੀ ਹੈ, ਇਹਦਾ ਕੀ ਮਕਸਦ ਸੀ, ਕੀ ਹੈ ਗਰਾਊਂਡਸ ਨੇ, ਜਦੋਂ ਉਹ ਸਾਨੂੰ ਕਲੀਅਰ ਹੋ ਜਾਂਦਾ, ਤਾਂ ਫਿਰ ਉਹ ਪਿਆਰ ਪਿਆਰ ਹੀ ਨਹੀਂ ਰਹਿੰਦਾ। ਯਾਨੀ ਕਿ ਇੱਕ ਦੇयर ਸ਼ੁੱਡ ਬੀ ਮਿਸਟਰੀ, ਇਟ ਸ਼ੁੱਡ ਬੀ ਲਾਈਕ ਅ ਮਿਸਟਰੀ, ਜਿਹਦਾ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਦੋਸਤ ਕਿਉਂ ਆ, ਵਾਈ ਵੀ ਆਰ ਫਰੈਂਡਸ, ਤਾਂ ਉਦੋਂ ਤੱਕ ਉਹ ਦੋਸਤੀ, ਉਹ ਕਹਿੰਦਾ, ਖਲੀਲ ਜਿਬਰਾਨ ਕਹਿੰਦਾ, ਸੱਚੀ ਹੈ। ਐਂਡ ਲੈਟ ਬੀ ਯੋਰ ਬੈਸਟ ਬੀ ਫॉर योर फ्रेंड बट ए नेट कास्ट फॉर्थ, एक लाइन रह गई सी बेटे, बट ए नेट कास्ट फॉर्थ एंड ओनली अनप्रॉफिटेबल इज कॉट। ਦੋਸਤੀ ਦੇ ਵਿੱਚੋਂ ਕਹਿੰਦਾ ਅਨप्रॉफिटेबल, ਜਿਹਦਾ ਕੋਈ ਫਾਇਦਾ ਹੀ ਨਹੀਂ ਹੁੰਦਾ। ਜਿੱਥੇ ਤਾਂ ਅਸੀਂ ਕਿਸੇ ਫਾਇਦੇ ਲਈ ਦੋਸਤੀ ਰੱਖ ਰਹੇ ਹਾਂ, ਸਾਨੂੰ ਪਤਾ ਹੈ ਕਿ ਸਾਨੂੰ ਇੱਥੋਂ ਆ ਮਿਲੇਗਾ, ਤਾਂ ਉਹ ਦੋਸਤੀ ਨਹੀਂ। ਦੋਸਤੀ ਦੇ ਵਿੱਚ ਕੋਈ ਫਾਇਦਾ ਨੁਕਸਾਨ ਨਹੀਂ ਦੇਖਿਆ ਜਾਂਦਾ। ਐਂਡ ਲੈਟ ਯੂਰ ਬੈਸਟ ਬੀ ਫॉर योर फ्रेंड,
ਤੁਸੀਂ ਆਪਣਾ ਜੋ ਤੁਹਾਡੇ ਵਿੱਚ ਸਭ ਤੋਂ ਬੈਸਟ ਹੈ, ਤੁਹਾਡੀ ਜੋ ਕੁਆਲਿਟੀ ਹੈ, ਜੋ ਤੁਹਾਡੇ ਅੰਦਰ ਅੱਛਾਈ ਹੈ, ਉਹ ਪੂਰੀ ਦੀ ਪੂਰੀ ਆਪਣੇ ਦੋਸਤ ਲਈ ਹੋਣੀ ਚਾਹੀਦੀ ਹੈ। ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਬੈਸਟ ਹੋ, ਆਪਣਾ ਬੈਸਟ ਜਿਹੜਾ ਹਿੱਸਾ ਹੈ ਉਹ ਆਪਣੇ ਦੋਸਤ ਦੇ ਅੱਗੇ ਖੋਲ ਕੇ ਰੱਖੋਗੇ। ਇਫ ਹੀ ਮਸਟ ਨੋ ਦ ਐਬ ਆਫ ਯੋਰ ਟਾਈਟ। ਦੋਸਤ ਸਿਰਫ ਇਹ ਨਹੀਂ ਹੁੰਦਾ ਕਿ ਸਾਡੇ ਚੰਗੇ ਵੇਲੇ ਸਾਡੇ ਬਹੁਤ ਸਾਰੇ ਦੋਸਤ ਹੁੰਦੇ ਨੇ, ਜਦੋਂ ਸਾਡਾ ਬੁਰਾ ਸਮਾਂ ਹੁੰਦਾ ਹੈ ਉਦੋਂ ਸਾਡਾ ਕੋਈ ਦੋਸਤ ਨਹੀਂ ਰਹਿੰਦਾ। ਇਹਦੇ ਵਿੱਚ ਉਹਨੇ ਐਗਜ਼ਾਮਪਲ ਦਿੱਤੀ ਹੈ ਸਮੁੰਦਰ ਦਾ ਚੜ੍ਹਨਾ ਤੇ ਉਤਰਨਾ। ਸਮੁੰਦਰ ਚੜ੍ਹਦਾ ਹੈ, ਉਹਨੂੰ ਫਲੱਡ ਕਹਿੰਦੇ ਨੇ। ਐਬ ਜਦੋਂ ਉਹ ਸ਼ੈਲੋ ਹੋ ਜਾਂਦਾ ਹੈ, ਵਾਪਸ ਜਿਹੜਾ ਜਵਾਰ ਹੈ ਉਹ ਚਲਾ ਜਾਂਦਾ ਹੈ। ਜਵਾਰ ਭਾਟੀ ਦੀ ਐਗਜ਼ਾਮਪਲ ਲੈ ਕੇ ਕਹਿੰਦਾ ਹੀ ਮਸਟ ਨੋ ਦਾ ਐਬ ਆਫ ਯੋਰ ਟਾਈਡ। ਤੁਹਾਡੇ ਦੋਸਤ ਨੂੰ ਤੁਹਾਡੇ ਐਬ ਟਾਈਡ ਦਾ, ਜੋ ਤੁਹਾਡੇ ਅੰਦਰ ਜਵਾਰ ਆਇਆ, ਉਹਦੇ ਉਤਰਾਰ ਦਾ ਅਤੇ ਚੜ੍ਹਾਅ ਦਾ। ਲੈਟ ਹਿਮ ਨੋ ਇਟਸ ਫਲੱਡ ਆਲਸੋ। ਉਹਨੂੰ ਤੁਹਾਡੇ ਫਲੱਡ ਦਾ ਵੀ ਪਤਾ ਹੋਣਾ ਚਾਹੀਦਾ, ਉਹਨੂੰ ਤੁਹਾਡੇ ਐਬ ਦਾ ਵੀ ਪਤਾ ਹੋਣਾ ਚਾਹੀਦਾ। ਕਦੋਂ ਤੁਹਾਡੇ ਅੰਦਰ ਖੁਸ਼ੀਆਂ ਨੇ, ਕਦੋਂ ਤੁਹਾਡੇ ਅੰਦਰ ਗਮ ਹੈ, ਕਦੋਂ ਤੁਸੀਂ ਗੁੱਸੇ ਦੇ ਵਿੱਚ ਹੋ, ਕਦੋਂ ਤੁਸੀਂ ਖੁਸ਼ ਹੋ। ਹਰ ਇੱਕ ਤੁਹਾਡੀ ਪਰਸਨੈਲਿਟੀ ਦਾ ਪਾਰਟ ਤੁਹਾਡੇ ਦੋਸਤ ਦੇ ਸਾਹਮਣੇ ਖੁੱਲਿਆ ਹੋਣਾ ਚਾਹੀਦਾ ਹੈ। ਕੁਝ ਵੀ ਲੁਕੋ ਨਹੀਂ ਰੱਖਣਾ, ਲੁਕੋ ਹੋਣਾ ਹੀ ਨਹੀਂ ਚਾਹੀਦਾ। ਰੱਖਣ ਦਾ ਮਤਲਬ ਕਿ ਹੋਣਾ ਹੀ ਨਹੀਂ ਚਾਹੀਦਾ। For what is your friend that you should seek him with hours to kill? ਕੀ ਤੁਸੀਂ ਦੋਸਤੀ ਇਸ ਲਈ ਰੱਖੀ ਹੋਈ ਹੈ ਕਿ ਟਾਈਮ ਪਾਸ ਕਰ ਸਕੋ? To kill the hours? ਕੀ ਤੁਹਾਡੀ ਦੋਸਤੀ ਇਸ ਲਈ ਹੈ ਕਿ ਤੁਹਾਡਾ ਵਕਤ ਸੋਹਣਾ ਲੰਘਦਾ ਉਹਦੇ ਨਾਲ? No. Seek him always with hours to live. ਆਪਣੇ ਦੋਸਤ ਦੇ ਨਾਲ ਕਿਲ ਕਰਨ ਲਈ ਨਹੀਂ ਸਮੇਂ ਨੂੰ, ਬਲਕਿ ਲਿਵ ਕਰਨ ਦੇ ਲਈ, ਜਿਉਣ ਦੇ ਲਈ ਤੁਸੀਂ ਆਪਣੇ ਦੋਸਤ ਦੇ ਨਾਲ ਜੁੜੋ। For it is his to fill your need but not your emptiness. ਤੁਹਾਡਾ ਦੋਸਤ ਤੁਹਾਡੀ ਕੋਈ ਜ਼ਰੂਰਤ ਤਾਂ ਪੂਰੀ ਕਰ ਸਕਦਾ ਹੈ, but not your emptiness. ਜੇ ਤੁਸੀਂ ਅੰਦਰੋਂ ਬਿਲਕੁਲ ਖਾਲੀ ਹੋ, ਉਹ ਨਹੀਂ ਭਰ ਸਕਦਾ। ਤੁਹਾਡੀ ਕਿਸੇ ਟਾਈਮ ਕਿਸੇ ਲੋੜ ਨੂੰ ਤਾਂ ਪੂਰੀ ਕਰ ਸਕਦਾ ਹੈ, ਪਰ ਤੁਹਾਡੇ ਅੰਦਰਲੇ ਖਾਲੀਪਨ ਨੂੰ ਕੌਣ ਭਰੇਗਾ? ਇੱਕ ਜਿਹੜਾ ਆਮ ਦੋਸਤ ਹੁੰਦਾ ਉਹ ਨਹੀਂ ਭਰੇਗਾ, ਸੱਚਾ ਦੋਸਤ ਭਰੇਗਾ। ਐਂਡ ਇਨ ਦ ਸਵੀਟਨੈਸ ਆਫ ਫਰੈਂਡਸ਼ਿਪ, ਅਤੇ ਇਸ ਦੋਸਤੀ ਦੀ ਮਿਠਾਸ ਦੇ ਵਿੱਚ ਲੈਟ ਦੇਅਰ ਬੀ ਲਾਫਟਰ, ਉਹਦੇ ਵਿੱਚ ਹਾਸਾ ਠੱਠਾ ਹੋਣਾ ਚਾਹੀਦਾ। ਤੁਸੀਂ ਖੁਸ਼ੀਆਂ ਮਨਾਓ, ਸਾਂਝੀਆਂ ਕਰੋ। ਐਂਡ ਸ਼ੇਅਰਿੰਗ ਆਫ ਪਲੇਜ਼ਰਸ, ਅਤੇ ਖੁਸ਼ੀਆਂ ਨੂੰ ਸਾਂਝਾ ਕਰੋ। ਫॉर द ड्यू ऑफ लिटिल थिंग्स द हार्ट फाइंड्स इट्स मॉर्निंग एंड इज रिफ्रेश्ड। ਜਿਵੇਂ ਸਵੇਰ ਦੇ ਵਿੱਚ ਅਸੀਂ ਡਿਊ ਡ੍ਰੌਪ ਨੂੰ ਦੇਖ ਕੇ ਸਾਡੀ ਸੁਬਾਹ ਫਰੈਸ਼ ਹੋ ਜਾਂਦੀ ਹੈ, ਤਰੇਲ ਦੀਆਂ ਬੂੰਦਾਂ ਨੂੰ ਦੇਖ ਕੇ ਸਾਡਾ ਮਨ ਖੁਸ਼ ਹੋ ਜਾਂਦਾ ਹੈ, ਐਦਾਂ ਹੀ ਦੋਸਤੀ ਜਿਹੜੀ ਹੈ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਤਰੇਲ ਬਣ ਕੇ ਆਉਂਦੀ ਹੈ, ਤੁਹਾਡੀ ਜ਼ਿੰਦਗੀ ਦੀ ਸੁਬਾਹ ਨੂੰ ਰੋਸ਼ਨ ਕਰਦੀ ਹੈ, ਉਸਨੂੰ ਮਹਿਕਾ ਦਿੰਦੀ ਹੈ, ਉਸਨੂੰ ਚਮਕਾ ਦਿੰਦੀ ਹੈ। ਸੋ ਇਨ ਦਿਸ poem come prose, you can say it is not only a poem but it is a poetical prose। ਜਿਹੜਾ ਲਿਖਣ ਦਾ ਤਰੀਕਾ ਹੈ ਉਹ ਪੋਇਟ ਵਾਲਾ ਹੈ, ਉਹਦੇ ਵਿੱਚ ਪ੍ਰੋਜ਼ ਦੇ ਤਰੀਕੇ ਨਾਲ ਲਿਖੀ ਹੋਈ ਹੈ। ਇਟ ਇਜ਼ ਨਾਟ ਪਿਓਰਲੀ ਪੋਇਟਰੀ ਬਟ we can say that it is a philosophical poetical prose written by Khalil Gibran, and in this particular part, in particular extract, we have learned something deep about, something philosophical about the friendship. Who will be our friend? Who is our friend? Find out। ਆਪਣੇ ਦੇਖੋ ਆਪਣੇ ਦੋਸਤ, ਤੁਸੀਂ ਦੋਸਤ ਕਿਵੇਂ ਬਣਾਉਂਦੇ ਹੋ, ਉਹਨਾਂ ਦੋਸਤਾਂ ਤੋਂ ਕੀ ਚਾਹੁੰਦੇ ਹੋ, ਤੁਸੀਂ ਦੋਸਤੀ ਕਿਉਂ ਰੱਖੀ ਹੋਈ ਹੈ। ਕੀ ਤੁਹਾਡੀ ਕਈ ਵਾਰ ਮਨ ਦੇ ਵਿੱਚ ਤੁਹਾਡੇ ਆਉਂਦਾ ਹੋਵੇਗਾ ਕਿ ਇਹ ਮੇਰੀ ਦੋਸਤੀ ਸੱਚੀ ਹੈ ਜਾਂ ਇਹ ਸਿਰਫ ਇੱਕ ਮਤਲਬ ਦੀ ਦੋਸਤੀ ਹੈ, ਤਾਂ ਉਹ ਜਵਾਬ ਤੁਹਾਨੂੰ ਮਿਲ ਜਾਏਗਾ ਕਿ ਤੁਸੀਂ ਉਸ ਦੋਸਤੀ ਨੂੰ ਕਿਉਂ ਬਰਕਰਾਰ ਰੱਖਿਆ ਹੈ। ਜੇ ਤੁਹਾਨੂੰ ਬਿਲਕੁਲ ਸਮਝ ਹੀ ਨਹੀਂ ਆਉਂਦੀ ਵਾਈ ਵੀ ਆਰ ਫਰੈਂਡਸ, ਸਾਨੂੰ ਤਾਂ ਸਮਝ ਨਹੀਂ ਆਉਂਦੀ ਵਾਈ ਵੀ ਆਰ ਫਰੈਂਡਸ, ਮੈਨੂੰ ਇਹਦੇ ਤੋਂ ਕੁਝ ਨਹੀਂ ਚਾਹੀਦਾ, ਇਹਨੂੰ ਮੇਰੇ ਤੋਂ ਕੁਝ ਨਹੀਂ ਚਾਹੀਦਾ ਖਾਸ, ਤਾਂ ਕਿਤੇ ਤੁਹਾਨੂੰ ਉੱਥੇ ਇੱਕ ਸੂਚਨਾ ਮਿਲੇਗੀ ਕਿ ਯੂ ਆਰ ਨੀਅਰ ਟਰੂ ਫਰੈਂਡਸ਼ਿਪ। ਦਿਸ ਇਜ਼ ਆਲ ਅਬਾਊਟ I can say, we can say so much about the friendship। ਬਹੁਤ ਸਾਰੀਆਂ ਫਿਲੋਸਫੀਕਲ ਗੱਲਾਂ ਆਪਾਂ ਕਰ ਸਕਦੇ ਹਾਂ, ਬਟ ਜਿੱਥੋਂ ਤੱਕ ਇਸ ਪੋਇਮ ਦੀ, ਇਸ ਪੋਇਟੀਕਲ ਪ੍ਰੋਜ਼ ਦੀ ਟੈਕਸਟ ਦਾ ਸੰਬੰਧ ਹੈ, ਇਹ ਇੰਨਾ ਹੀ ਹੈ ਕਿ ਇਹਦੇ ਵਿੱਚ ਦੋਸਤੀ ਦੇ ਬਾਰੇ ਖਲੀਲ ਜਿਬਰਾਨ ਨੇ ਦੱਸਿਆ ਹੈ। ਥੈਂਕ ਯੂ ਸੋ ਮਚ।